शुभदीप सिंह सिद्धू मूसेवाले की मौत ते एडा वड्डा लोकां दा रिएक्शन होया कि सरकार दंग रह गई। ਇਹ ਦੂਜੀ ਵੱਡੀ ਘਟਨਾ ਆ। ਇਸ ਤੋਂ ਪਹਿਲਾਂ 9 ਮਈ ਨੂੰ ਮਹਾਲੀ ਦੇ ਖੁਫੀਆ ਵਿੰਗ ਦਾ ਮੇਨ ਦਫ਼ਤਰ ਆ, ਉਹ ਤੇ ਆਰਪੀਜੀ ਨਾਲ ਹਮਲਾ ਕੀਤਾ ਗਿਆ ਸੀਗਾ। ਸਕੂਲ ਦੇ ਸਾਹਮਣੇ ਖੜੀ ਅਧਿਆਪਕਾ ਨੂੰ ਪਹਿਲਾਂ ਉਸ ਨੂੰ ਪੁੱਛਿਆ ਗਿਆ ਕਿ ਕੀ ਤੂੰ ਇਸੇ ਨਾਂ ਦੀ ਔਰਤ ਆ, ਤੇ ਜਦੋਂ ਉਹਨੇ ਹਾਮੀ ਭਰੀ ਤਾਂ ਉਹਦੇ ਸਿਰ 'ਚ ਪਿਸਤੌਲ ਮਾਰ ਕੇ ਮਾਰ ਦਿੱਤਾ ਗਿਆ। ਭਗਵੰਤ ਮਾਨ ਦੀ ਸਰਕਾਰ ਦੇ ਜਿੰਨੇ ਦਿਨ ਹੋਏ ਆ ਉਹਨਾਂ ਵਿੱਚ 61 ਖੁਦਕੁਸ਼ੀਆਂ ਹੋ ਗਈਆਂ। ਭਗਵੰਤ ਸਿੰਘ ਮਾਨ ਹੁਣੀ ਤਾਂ ਮੁੱਖ ਮੰਤਰੀ ਵਜੋਂ ਵੀ ਤੇ ਕਲਾਕਾਰ ਭਾਈਚਾਰੇ 'ਚ ਹੋਣ ਦੇ ਕਰਕੇ ਵੀ ਜਾਣਾ ਚਾਹੁੰਦੇ ਸੀਗੇ ਸਿੱਧੂ ਮੂਸੇਵਾਲੇ ਦੇ ਪਿੰਡ। ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਘਟਣ ਦਾ ਉਹ ਨਾਂ ਨਹੀਂ ਲੈਂਦੀਆਂ ਹੈਗੀਆਂ। ਜਾਂ ਤਾਂ ਇੰਝ ਲੱਗਦਾ ਕਿ ਸਰਕਾਰ ਨੂੰ ਜਿਹੜੇ ਅਫਸਰ ਲਾਏ ਜਾਂਦੇ ਆ ਉਹਨਾਂ ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਜਾਂ ਫਿਰ ਇਹ ਹੋ ਸਕਦਾ ਕਿ ਸਰਕਾਰ ਜਿਹੜੀ ਆ ਇੱਕ ਤੋਂ ਵੱਧ ਥਾਂ ਤੋਂ ਚੱਲਦੀ ਆ। ਦਾ ਖਾਲਸ ਟੀਵੀ ਪਰਿਵਾਰ ਨੂੰ ਦਿਲੋਂ ਤੇ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ, ਵੈਲਕਮ, ਜੀ ਆਇਆਂ ਨੂੰ, ਆਦਰ, ਸਤਿਕਾਰ। ਕਮਲਜੀਤ ਸਿੰਘ ਬਣਵੈਦ ਦੀ ਸਤਿ ਸ੍ਰੀ ਅਕਾਲ। ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਮੌਤ ਤੇ ਐਡਾ ਵੱਡਾ ਲੋਕਾਂ ਦਾ ਰਿਐਕਸ਼ਨ ਹੋਇਆ ਕਿ ਸਰਕਾਰ ਦੰਗ ਰਹਿ ਗਈ। ਸਰਕਾਰ ਦੇ ਮੂੰਹ ਵਿੱਚ ਉਂਗਲਾਂ ਪੈ ਗਈਆਂ। ਹੁਣ ਸਰਕਾਰ ਨੂੰ ਯੂ ਟਰਨ ਮਾਰਨਾ ਪੈ ਗਿਆ। ਪਰ ਇਸ ਤੋਂ ਪਹਿਲਾਂ ਅਸੀਂ ਇੱਕ ਮੀਡੀਆ ਰਿਪੋਰਟ ਦੀ ਚਰਚਾ ਕਰਦੇ ਹਾਂ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਖੁਫੀਆ ਵਿਭਾਗ ਦੀ ਰਿਪੋਰਟ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੀ ਜਿਹੜੀ ਸਿਕਿਉਰਿਟੀ ਸੀ ਉਹ ਤੇ ਕੱਟ ਲਾ ਦਿੱਤਾ ਗਿਆ। ਖੁਫੀਆ ਵਿਭਾਗ ਨੇ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਵੱਡੇ ਨਾਮੀ ਕਲਾਕਾਰਾਂ ਗਾਇਕਾਂ ਨੂੰ ਗੈਂਗਸਟਰਾਂ ਅਤੇ ਵਿਰੋਧੀਆਂ ਤੋਂ ਖਤਰਾ ਆ। ਇਹ ਕਿਹਾ ਸੀ ਕਿ 10 ਜਿਹੜੇ ਵੱਡੇ ਕਲਾਕਾਰ ਨੇ ਉਹਨਾਂ ਤੋਂ ਫਰੌਤੀ ਮੰਗੀ ਜਾ ਰਹੀ ਆ ਜਾਂ ਉਹ ਨਿਸ਼ਾਨੇ ਤੇ ਆ। ਬਾਵਜੂਦ ਇਹਦੇ ਕਿ ਖੁਫੀਆ ਰਿਪੋਰਟ ਨੇ ਸਿਕਿਉਰਿਟੀ ਤੇ ਕੱਟ ਲਾਉਣ ਤੋਂ ਰੋਕ ਦਿੱਤਾ ਸੀ, ਸਿਕਿਉਰਿਟੀ ਤੇ ਕੱਟ ਲਾ ਦਿੱਤਾ ਗਿਆ। ਹੁਣ ਸਰਕਾਰ ਬਹਾਨਾ ਹੀ ਲੱਭਦੀ ਫਿਰਦੀ ਆ ਕਿ ਕਿਉਂਕਿ ਘੱਲੂਘਾਰਾ ਦਿਵਸ ਤੇ ਸੁਰੱਖਿਆ ਮੁਲਾਜ਼ਮਾਂ ਦੀ ਲੋੜ ਸੀ, ਇਸ ਲਈ ਕੱਟ ਲਾ ਦਿੱਤਾ ਗਿਆ। ਹਾਲਾਂਕਿ ਕੇਂਦਰ ਤੋਂ 20 ਨੀਮ ਫੌਜੀ ਦਲ ਜਿਹੜੇ ਆ ਉਹ ਮੰਗਾ ਕੇ ਤਾਇਨਾਤ ਕਰ ਦਿੱਤੇ ਗਏ ਆ। ਮਈ ਵਿੱਚ ਇਹ ਦੂਜੀ ਵੱਡੀ ਘਟਨਾ ਆ। ਇਸ ਤੋਂ ਪਹਿਲਾਂ 9 ਮਈ ਨੂੰ ਮਹਾਲੀ ਦੇ ਖੁਫੀਆ ਵਿੰਗ ਦਾ ਮੇਨ ਦਫ਼ਤਰ ਆ, ਉਹ ਤੇ ਆਰਪੀਜੀ ਨਾਲ ਹਮਲਾ ਕੀਤਾ ਗਿਆ ਸੀਗਾ। ਪੰਜਾਬ ਸਰਕਾਰ ਸੁਰੱਖਿਆ ਕਟੌਤੀ ਨੂੰ ਲੈ ਕੇ ਅਦਾਲਤ ਦੇ ਕਟਹਿਰੇ ਵਿੱਚ ਆ। ਅਦਾਲਤ ਸਰਕਾਰ ਦੀ ਖਿਚਾਈ ਕਰ ਰਹੀ ਆ। ਹੁਣ ਅਦਾਲਤ ਨੇ ਆਪਣੀ ਜਿਹੜੀ ਸਕਿਨ ਬਚਾਉਣ ਲਈ 27 ਸੈਲੀਬ੍ਰਿਟੀ ਨੂੰ ਸੁਰੱਖਿਆ ਦੇਣ ਦਾ ਫੈਸਲਾ ਲੈ ਲਿਆ ਕਿ ਜੇ ਪਹਿਲਾਂ ਹੀ ਕੱਟ ਨਾ ਜਾਂਦਾ ਤਾਂ ਸ਼ਾਇਦ ਕੁਝ ਨਾ ਵਾਪਰਦਾ। ਤੇ ਗੱਲ ਤਾਂ ਵੈਸੇ ਆਪਾਂ ਇਹ ਵੀ ਪਿਛਲੇ ਕਰਦੇ ਆਏ ਆ ਕਿ ਜਿਹੜੇ 2 ਗਨਮੈਨ ਸੀਗੇ, ਜੇ ਸਿੱਧੂ ਮੂਸੇਵਾਲਾ ਨਾਲ ਲੈ ਜਾਂਦੇ ਜਾਂ ਜਿਹੜੀ ਗੱਡੀ ਆਪਣੀ ਫੋਰਚੂਨਰ ਸੀਗੀ ਬੁਲਟ ਪ੍ਰੂਫ ਉਹ ਲੈ ਜਾਂਦੇ ਤਾਂ ਸ਼ਾਇਦ ਬਚਾਅ ਹੋ ਜਾਂਦਾ। ਪਰ ਇਹਦੇ ਨਾਲ ਜਿਹੜੀ ਵੱਡੀ ਗੱਲ ਕਰਨ ਵਾਲੀ ਉਹ ਇਹ ਆ ਕਿ ਜੇ ਖੁਫੀਆ ਵਿੰਗ ਨੇ, ਖੁਫੀਆ ਰਿਪੋਰਟਾਂ ਨੇ, ਸੂਝੀਆਂ ਰਿਪੋਰਟਾਂ ਨੇ ਕਿਹਾ ਸੀਗਾ ਕਿ ਸੁਰੱਖਿਆ ਤੇ ਕੱਟ ਨਾ ਲਾਓ ਇਹਨਾਂ 10 ਵੱਡੇ ਕਲਾਕਾਰਾਂ ਤੇ, ਤਦ ਨਹੀਂ ਸੀ ਲਾਉਣਾ ਚਾਹੀਦਾ। ਅਗਲੀ ਗੱਲ ਇਹ ਕਿ ਜੋ ਅਸੀਂ ਅਧਿਐਨ ਕੀਤਾ ਹੋਏ ਕਿ ਕਿਸੇ ਵੀ ਸਿਕਿਉਰਿਟੀ ਸੁਰੱਖਿਆ ਕੱਟ ਲਾਉਣ ਤੋਂ ਪਹਿਲਾਂ ਇੱਕ ਵੱਖ-ਵੱਖ ਵਿਭਾਗਾਂ ਦੀ, ਇੰਟੈਲੀਜੈਂਸ ਦੀ, ਦੂਜੇ ਪੁਲਿਸ ਮਹਿਕਮਿਆਂ ਦੀ ਮੀਟਿੰਗ ਕੀਤੀ ਜਾਂਦੀ ਆ। ਉਹਦੇ ਵਿੱਚ ਸਾਰਾ ਵਿਚਾਰ ਵਟਾਂਦਰਾ ਕੀਤਾ ਜਾਂਦਾ। ਹੁਣ ਪਤਾ ਇਹ ਵੀ ਲੱਗਾ ਕਿ ਪੰਜਾਬ ਸਰਕਾਰ ਤਾਂ ਜਦੋਂ ਦੇਖਿਆ ਕਿ ਐਡਾ ਵੱਡਾ ਵਿਰੋਧ ਆ, ਇਹ ਕਹਿਣ ਲੱਗੀ ਆ ਕਿ ਭਗਵੰਤ ਸਿੰਘ ਮਾਨ ਹੁਣੀ ਤਾਂ ਮੁੱਖ ਮੰਤਰੀ ਵਜੋਂ ਵੀ ਤੇ ਕਲਾਕਾਰ ਭਾਈਚਾਰੇ 'ਚ ਹੋਣ ਦੇ ਕਰਕੇ ਵੀ ਜਾਣਾ ਚਾਹੁੰਦੇ ਸੀਗੇ ਸਿੱਧੂ ਮੂਸੇਵਾਲੇ ਦੇ ਪਿੰਡ, ਉਹਦੇ ਮਾਪਿਆਂ ਦੇ ਮੋਢੇ 'ਤੇ ਹੱਥ ਧਰਨ, ਪਰ ਖੁਫੀਆ ਏਜੰਸੀਆਂ ਨੇ ਮਨਾ ਕਰ ਦਿੱਤਾ। ਸਰਕਾਰ ਤਾਂ ਹੁਣ ਇਹ ਵੀ ਕਹਿਣ ਲੱਗੀ ਆ ਕਿ ਉਹਨਾਂ ਦੇ ਮੰਤਰੀ ਸਾਥੀ ਵੀ ਇਸ ਕਰਕੇ ਨਹੀਂ ਗਏ ਕਿਉਂਕਿ ਮੂਸੇਵਾਲਾ ਵਿੱਚ ਪੰਜਾਬ ਸਰਕਾਰ ਵਿਰੋਧੀ ਜਿਹੜੇ ਆ ਉਹ ਨਾਅਰੇ ਲੱਗ ਰਹੇ ਸੀ। ਹੁਣ ਪੰਜਾਬ ਸਰਕਾਰ ਨੇ ਬਿਨਾਂ ਵਿਚਾਰ ਵਟਾਂਦਰਾ ਕੀਤਿਆਂ ਸੁਰੱਖਿਆ ਤੇ ਕੱਟ ਕਿਉਂ ਲਾਇਆ, ਜਾਂ ਜਿਨ੍ਹਾਂ 424 VIP ਦੀ ਸੁਰੱਖਿਆ ਤੇ ਕੱਟ ਲਾਇਆ ਗਿਆ ਉਹਨਾਂ ਦੀ ਜਿਹੜੀ ਸੂਚੀ ਆ ਉਹ ਜਨਤਕ ਕਿਉਂ ਕੀਤੀ ਗਈ, ਮੀਡੀਆ ਵਿੱਚ ਕਿਉਂ ਗਈ, ਇਹਦੇ ਬਾਰੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਵਿੱਚ 2 ਜੂਨ ਨੂੰ ਜਵਾਬਨਾਮਾ ਦਾਇਰ ਕਰਨਾ ਪੈਣਾ। ਪਤਾ ਲੱਗਾ ਕਿ AG ਦਫ਼ਤਰ ਦੇ ਜਿਹੜੇ ਸੀਨੀਅਰ ਵਕੀਲ ਆ ਉਹਨਾਂ ਦੀ ਟੀਮ ਲੱਗੀ ਹੋਈ ਆ ਦਿਨ ਰਾਤ ਇਸ 'ਤੇ ਕੰਮ ਕਰਨ ਕਿ ਹਾਈ ਕੋਰਟ ਤੋਂ ਬਚਣ ਲਈ ਕੀ ਕਰਨਾ। ਪਰ ਇੱਥੇ ਵੀ ਦੱਸਦਾ ਕਿ ਹਾਈ ਕੋਰਟ ਵੱਲੋਂ
3 ਤੋਂ 4 VIP ਦੀ ਸੁਰੱਖਿਆ ਆ ਜਿਹੜੀ ਕੱਟ ਲੈ ਗਿਆ ਸੀ ਉਹ ਵਾਪਸ ਕਰਤੀ ਗਈ। ਵਿੱਕੀ ਮਿੱਡੂ ਖੇੜਾ ਦੇ ਜਿਹੜੇ ਭਾਈ ਸਾਹਿਬ ਆ ਵੱਡੇ, ਉਹਨਾਂ ਨੇ ਵੀ ਹਾਈ ਕੋਰਟ 'ਚ ਪਹੁੰਚ ਕਰਤੀ ਕਿ ਉਹਨਾਂ ਨੂੰ ਸੁਰੱਖਿਆ ਦੀ ਲੋੜ ਆ। ਸੋ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਆਈ ਨੂੰ ਰੋਕਣਾ ਔਖਾ ਹੁੰਦਾ, ਤੁਹਾਨੂੰ ਕਾਲ ਘੇਰ ਕੇ ਲੈ ਜਾਂਦਾ, ਜਾਂ ਸਿੱਧੂ ਮੂਸੇਵਾਲਾ ਉੱਥੇ ਆਪ ਪਹੁੰਚੇ। ਪਰ ਅਸੀਂ ਪ੍ਰਸ਼ਾਸਨਿਕ ਜਿਹੜੀ ਗਲਤੀ ਆ, ਭੁੱਲਿਆ ਕੁਤਾਹੀ, ਉਹਨੂੰ ਇਹ ਸਾਰੇ ਵਿੱਚੋਂ ਮਨਫੀ ਨਹੀਂ ਕਰ ਸਕਦੇ ਹੈਗੇ। ਹੁਣ ਇੱਕ ਹੋਰ ਬੜਾ ਚਰਚਿਤ ਵਿਸ਼ਾ ਆ, ਉਹ ਆ ਬਿਕਰਮ ਸਿੰਘ ਮਜੀਠੀਆ ਦਾ। ਬਿਕਰਮ ਸਿੰਘ ਮਜੀਠੀਆ ਨਸ਼ਾ ਤਸਕਰੀ ਦੋਸ਼ਾਂ ਵਿੱਚ 24 ਫਰਵਰੀ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਬੰਦ ਆ। ਉਹਨਾਂ ਉੱਤੇ ਚੰਨੀ ਦੀ ਸਰਕਾਰ ਵੇਲੇ ਨਸ਼ਾ ਤਸਕਰੀ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ। ਲੰਬਾ ਸਮਾਂ ਉਹ ਲੁਕਦੇ ਫਿਰਦੇ ਰਹੇ। ਉਹਨਾਂ ਨੇ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਤੱਕ ਉਹਨਾਂ ਨੂੰ ਰਾਹਤ ਦੇ ਦਿੱਤੀ ਸੀ। ਉਸ ਤੋਂ ਬਾਅਦ ਕਿਹਾ ਸੀ ਕਿ ਉਹ 24 ਨੂੰ ਜਿਹੜਾ ਆ ਪੇਸ਼ ਹੋਣ, 24 ਮਾਰਚ ਨੂੰ ਇੱਥੇ ਮੋਹਰੇ ਮੋਹਾਲੀ ਦੀ ਅਦਾਲਤ ਦੇ, ਅਤੇ ਉਹ ਜਦੋਂ ਪੇਸ਼ ਹੋਏ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਈ ਵਾਰੀ ਜਿਹੜੀ ਆ ਜ਼ਮਾਨਤ ਦੀ ਅਰਜ਼ੀ ਪਾਈ, ਨਹੀਂ ਗੱਲ ਬਣੀ। ਫਿਰ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਤਾ, ਕਹਿ ਕੇ ਜਿਹੜਾ ਖਿਲਾਫ ਜਿਹੜਾ ਕੇਸ ਆ ਉਹ ਖਤਮ ਕਰਤਾ ਜਾਵੇ। ਇਹ ਤੇ ਜਿਹੜਾ ਕਾਰਵਾਈ ਕਰਦੇ ਆ, ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਹਿ ਦਿੱਤਾ ਕਿ ਉੱਥੇ ਜਾ ਕੇ ਤੁਸੀਂ ਜਿਹੜੀ ਪਹੁੰਚਿਆ ਕਰੋ। ਬਿਕਰਮ ਸਿੰਘ ਮਜੀਠੀਆ ਨੇ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ 'ਚ ਲਾਈ ਹੋਈ ਸੀ। ਕੱਲ੍ਹ ਬਹਿਸ ਹੋਈ, ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਜਿਹੜਾ ਆ ਉਹ ਰਾਖਵਾਂ ਰੱਖ ਲਿਆ। ਪਰ ਕੱਲ੍ਹ ਦੀ ਜਿਹੜੀ ਬਹਿਸ ਆ ਉਹਦੇ ਵਿੱਚ ਕਈ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਕਿ ਜਿਹੜੀ ਇੱਕ ਨਵੀਂ SIT ਗਠਿਤ ਕੀਤੀ ਗਈ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਰਾਹੁਲ ਐਸ ਦੀ ਅਗਵਾਈ ਹੇਠ, ਉਹਨੇ 7-8 ਤਰ੍ਹਾਂ ਦੇ ਜਿਹੜੇ ਨੁਕਤੇ ਆ ਉਹ ਹਾਈ ਕੋਰਟ ਦੇ ਧਿਆਨ 'ਚ ਲਿਆਂਦੇ ਆ। ਇਹ ਨੁਕਤਿਆਂ ਦੇ ਆਧਾਰ 'ਤੇ ਉਹਨਾਂ ਨੇ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ। ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੁਣੀ ਇੱਕ ਸਤਵਿੰਦਰ ਸਿੰਘ ਸੱਤੀ ਦੇ ਨਾਂ ਨਾਲ ਕਾਫੀ ਸਾਂਝ ਪਿਆਲੀ ਰੱਖਦੇ ਰਹੇ ਆ, ਜਿਹੜਾ ਵਿਦੇਸ਼ਾਂ 'ਚ ਵੱਸਦਾ ਅਤੇ ਨਸ਼ੇ 'ਚ ਤਸਕਰੀ ਦਾ ਨਾਂ ਬੋਲਦਾ। ਇਹ ਵੀ ਕਿਹਾ ਕਿ ਹੁਣ ਤੱਕ ਜਿਹੜਾ ਗਵਾਹੀਆਂ ਲਈਆਂ ਗਈਆਂ ਜਾਂ SIT ਨੇ ਜਿਹੜੀ ਨਵੀਂ ਨੇ ਜਾਂਚ ਕੀਤੀ ਆ, ਉਹਦੇ ਵਿੱਚ ਪਰਮਿੰਦਰ ਸਿੰਘ ਪਿੰਦੀ ਨਾਲ ਵੀ ਜਿਹੜੇ ਆ ਸੰਬੰਧ ਦੱਸੇ ਗਏ ਆ। ਇਹ ਪਿੰਦੀ ਜਿਹੜਾ ਆ ਇਹ ਚਾਹੇ ਰਹਿੰਦਾ ਵਿਦੇਸ਼ ਵਿੱਚ ਆ, ਪਰ ਇਹਦੀ ਬੱਦੀ ਵਿੱਚ ਇੱਕ ਦਵਾਈ ਬਣਾਉਣ ਦੀ ਫੈਕਟਰੀ ਆ, ਅਤੇ ਜੋ ਉੱਥੇ ਜਿਹੜਾ ਸਮਾਨ ਬਣਦਾ ਸੀਗਾ ਉਹ ਨਸ਼ੇ ਦੇ ਵਿੱਚ ਜਿਹੜਾ ਆ ਉਹ ਮਿਕਸ ਹੁੰਦਾ ਸੀਗਾ। ਅਤੇ ਨਾਲ ਜਿਹੜੀ ਇੱਕ ਹੋਰ ਵੱਡੀ ਗੱਲ ਕਹੀ ਗਈ ਆ ਕਿ ਜਦੋਂ ਇਹ ਸੱਤੀ ਜਾਂ ਪਿੰਦੀ ਕੈਨੇਡਾ ਤੋਂ ਇੱਥੇ ਆਉਂਦੇ ਸੀਗੇ ਤਦ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਰਿਹਾਇਸ਼, ਗੱਡੀਆਂ, ਸਿਕਿਉਰਿਟੀ ਮੁਹੱਈਆ ਕਰਾਉਂਦੇ ਸੀਗੇ। ਅਤੇ ਇਹ ਵੀ ਕਿਹਾ ਕਿ ਕਈ ਸਮਾਗਮਾਂ ਵਿੱਚ ਇਹ ਜਿਹੜੇ ਤਿੰਨੇ ਜਣੇ ਆ, ਮਜੀਠੀਆ, ਪਿੰਦੀ ਜਾਂ ਸੱਤੀ, ਇਕੱਠੇ ਰਲ ਕੇ ਦੇਖੇ ਗਏ ਆ, ਅਤੇ ਸਫ਼ਰ ਵੀ ਇਕੱਠੇ ਕਰਦੇ ਰਹੇ ਆ। ਅਤੇ ਇਹ ਵੀ ਦੱਸਦਾ ਕਿ ਪਿੰਦੀ ਨੂੰ ਭਾਰਤ ਲਿਆਉਣ ਲਈ ਜਿਹੜੀ ਇੱਕ ਪੁਲਿਸ ਵੱਲੋਂ ਵਿਸ਼ੇਸ਼ ਅਰਜ਼ੀ ਦਿੱਤੀ ਗਈ ਹੈ, ਜਿੱਥੇ ਕਾਰਵਾਈ ਚੱਲ ਰਹੀ ਆ। ਅਤੇ ਨਾਲ ਇੱਕ ਹੋਰ ਵੀ ਕਿਹਾ ਗਿਆ ਕਿ ਜੇ ਬਿਕਰਮ ਸਿੰਘ ਮਜੀਠੀਆ ਬਾਹਰ ਜਾਂਦੇ ਆ ਤਾਂ ਉਹ ਇੱਕ ਸ਼ਕਤੀਸ਼ਾਲੀ ਬੰਦਾ ਆ, ਉਹ ਬਾਹਰ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ। ਵੈਸੇ ਜਿਹੜੇ ਅਕਾਲੀ ਦਲ ਦੇ ਇੱਕ ਵਿਧਾਇਕ ਸਾਬਕਾ ਬੋਨੀ ਨੇ ਅਜਨਾਲਾ, ਉਹਨਾਂ ਨੇ ਪਿੱਛੇ ਜਿਹੇ ਇੱਕ ਦਿੱਤੀ ਸੀਗੀ ਅਰਜ਼ੀ ਕਿ ਉਹਨਾਂ ਨੂੰ ਮਜੀਠੀਆ ਤੋਂ ਖਤਰਾ ਆ, ਥ੍ਰਿਟਾਂ ਮਿਲਣੀਆਂ ਜਾਂ ਜਾਣ ਤੋਂ ਪਹਿਲਾਂ ਵੀ ਉਹ ਧਮਕੀਆਂ ਦੇ ਰਹੇ ਸੀਗੇ। ਉਹਨਾਂ ਨੇ ਵੀ ਆਪਣੇ ਆਪ ਨੂੰ ਜਿਹੜਾ ਇੱਕ ਧਿਰ ਬਣਾਉਣ ਲਈ ਅਰਜ਼ੀ ਦਿੱਤੀ ਹੋਈ ਸੀਗੀ। ਸੋ ਇਹ ਜਿਹੜਾ ਇਸ ਵੇਲੇ ਵਰਤਾਰਾ ਵਾਪਰ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਘੇਰਨ ਲਈ ਜਾਂ ਜੇਲ੍ਹ 'ਚੋਂ ਬਾਹਰ ਆਉਣ ਤੋਂ ਰੋਕਣ ਲਈ ਨਵੀਂ SIT ਨੇ ਜਿਹੜੇ ਅੰਕੜੇ ਪੇਸ਼ ਕੀਤੇ, ਜਿਹੜੇ ਤੱਥ ਪੇਸ਼ ਕੀਤੇ ਆ ਗਵਾਹਾਂ ਦੇ ਆਧਾਰ 'ਤੇ, ਉਹਨਾਂ ਤੋਂ ਬਾਅਦ ਇਹ ਲੱਗਦਾ ਨਹੀਂ ਕਿ ਉਹਨਾਂ ਨੂੰ ਜ਼ਮਾਨਤ ਸਿੱਧੇ ਕੀਤੇ ਮਿਲ ਸਕਦੀ ਆ। ਪਰ ਅਸੀਂ ਅਦਾਲਤ ਦੇ ਫੈਸਲੇ ਉੱਤੇ ਜਿਹੜਾ ਆਉਣਾ ਆ ਅਜੇ, ਜਾਂ ਜਿਹੜੀ ਕੱਲ੍ਹ ਬਹਿਸ ਹੋਈ ਆ ਉਹ 'ਤੇ ਕੋਈ ਟੀਕਾ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਰੱਖਦੇ, ਨਾ ਸਾਡੀ ਕੋਈ ਜਿਹੀ ਮਨਸ਼ਾ ਆ। ਪਰ ਜਿਹੜੀ ਇੱਕ ਅਸਲੀਅਤ ਆ ਕਿ ਕੱਲ੍ਹ ਕੀ ਹੋਇਆ, ਮੈਨੂੰ ਇੰਝ ਲੱਗਦਾ ਕਿ ਉਸ ਬਾਰੇ ਜਿਹੜੀ ਰਿਪੋਰਟਿੰਗ ਕਰਨਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ, ਕਿਉਂਕਿ ਇਹ ਜਿਹੜੀ ਬਹਿਸ ਆ ਇਹ ਬੰਦ ਕਮਰਾ ਨਹੀਂ, ਇਹ ਜਨਤਕ ਤੌਰ 'ਤੇ ਹੋਈ ਆ। ਅਤੇ ਜਨਤਕ ਤੌਰ 'ਤੇ ਕੀ ਹੋਇਆ, ਉੱਥੇ ਮੀਡੀਆ ਨੂੰ ਸੁਣਨ ਦਾ ਵੀ ਅਧਿਕਾਰ ਹੁੰਦਾ ਆ, ਜਾਂ ਆਪਾਂ ਕਹਿ ਦਈਏ ਕਿ ਮੀਡੀਆ ਨੂੰ ਵੀ ਜਿਹੜਾ ਉੱਥੇ ਹਾਜ਼ਰ ਰਹਿਣ ਦਾ ਮੌਕਾ ਦਿੱਤਾ ਜਾਂਦਾ, ਜਾਂ ਫਿਰ ਜਿਹੜੀਆਂ ਉਹ ਸਾਡੇ ਸੋਰਸਿਸ ਹੁੰਦੇ ਆ ਉਹ ਤੁਹਾਨੂੰ ਖਬਰਾਂ ਵੀ ਦੱਸ ਦਿੰਦੇ ਆ। ਉਂਝ ਪਤਾ ਕਿ ਵੀ ਲੱਗਾ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਘਟਣ ਦਾ ਉਹ ਨਾਂ ਨਹੀਂ ਲੈਂਦੀਆਂ ਹੈਗੀਆਂ। ਇਹ ਕਿ ਇੱਕ ਕੋਈ ਨਵੀਂ ਤਰ੍ਹਾਂ ਦੀ FIR ਜਿਹੜੀ ਅੰਮ੍ਰਿਤਸਰ ਵਿੱਚ ਦਰਜ ਹੋਈ ਆ ਕਿ ਬਿਕਰਮ ਸਿੰਘ ਮਜੀਠੀਆ ਨੇ
ਜਨਵਰੀ ਵਿੱਚ ਆਪਣੀ ਪਤਨੀ ਗੁਰਨੀਤ ਕੌਰ ਦੇ ਨਾਂ ਤੇ ਕੋਈ 32 ਕਨਾਲ ਦੀ ਜ਼ਮੀਨ ਜਿਹੜੀ ਆ ਉਹ ਖਰੀਦੀ ਸੀਗੀ, ਜਿਹਨੂੰ ਲੈ ਕੇ ਹਾਲ ਦੀ ਘੜੀ ਕਈ ਤਰ੍ਹਾਂ ਦੇ ਸਵਾਲ ਵਿਵਾਦ ਸਾਹਮਣੇ ਆ ਰਹੇ ਆ। ਪਰ ਜੇ ਉਹ ਨਸ਼ਾ ਤਸਕਰੀ ਕਿਸੇ ਬਚਦੇ ਆ ਤਾਂ ਇੱਕ ਨਵਾਂ ਜਿਹੜਾ ਕੇਸ ਆ ਇਹ ਸਾਹਮਣੇ ਆ ਖੜਾ। ਵੈਸੇ ਕਹਿਦਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਿਹੜੇ ਕੈਪਟਨ ਅਮਰਿੰਦਰ ਵੇਲੇ ਖਾਸ ਕਰਕੇ ਨਸ਼ਾ ਤਸਕਰਾ ਜਾਂ ਬਿਕਰਮ ਸਿੰਘ ਮਜੀਠੀਆ ਜਿਹੜਾ ਆ ਉਹਨੂੰ ਫੜਨ ਲਈ ਢਿੱਲ ਮਿੱਠ ਵਰਤੀ ਜਾਂਦੀ ਰਹੀ। ਪਰ ਹੁਣ ਜਦੋਂ ਚੰਨੀ ਸਰਕਾਰ ਨੇ ਕੇਸ ਦਰਜ ਕਰ ਦਿੱਤਾ ਸੀਗਾ, ਚਾਹੇ ਨਵਜੋਤ ਸਿੰਘ ਸਿੱਧੂ ਨੇ ਇਹ ਕੇਸ ਦਰਜ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਉਹਨਾਂ ਨੇ ਇੱਥੋਂ ਤੱਕ ਕਿ ਏਜੀ ਦੇ ਡੀਜੀ ਵੀ ਬਦਲੇ ਗਏ, ਪਰ ਹੁਣ ਜਦੋਂ ਉਹ ਅੰਦਰ ਨੇ ਤਾਂ ਨਵੀਂ ਸਰਕਾਰ ਜਿਵੇਂ ਠੋਸ ਸਬੂਤ ਲੈ ਕੇ ਚੱਲ ਰਹੀ ਆ, ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਦਾ ਬਾਹਰ ਆਉਣਾ ਮੁਸ਼ਕਲ ਆ। ਕਿਉਂਕਿ ਇੱਕ ਹੋਰ ਦੱਸਦਾ ਇਹ ਗੱਲ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਬੰਦ ਆ, ਜਿਨ੍ਹਾਂ ਦੀਆਂ ਬੈਰਕਾਂ ਜਿਹੜੀਆਂ ਆ ਆਮੋ ਸਾਹਮਣੇ ਆ। ਬਿਕਰਮ ਸਿੰਘ ਮਜੀਠੀਆ ਹਵਾਲਾਤੀ ਦੇ ਤੌਰ ਤੇ ਬੰਦ ਆ ਤੇ ਸਿੱਧੂ ਜਿਹੜਾ ਆ ਉਹ ਕੈਦੀ ਦੇ ਕਰਕੇ ਜਾ ਜਾਂਦਾ। ਵੱਖਰੀ ਗੱਲ ਆ ਕਿ ਉਹਨਾਂ ਨੂੰ ਜਿਹੜਾ ਮੁਨਸ਼ੀ ਆ ਉਹ ਕੰਮ ਦਿੱਤਾ ਗਿਆ। ਵੈਸੇ ਇੱਕ ਗੱਲ ਜਿਹੜੀ ਹੋਰ ਕਰਨੀ ਬਣਦੀ ਆ ਕਿ ਪੰਜਾਬ ਸਰਕਾਰ ਧੜਾ ਧੜ ਤਬਾਦਲੇ ਕਰ ਰਹੀ ਆ, ਚਾਹੇ ਆਈਐਸ ਅਫਸਰਾਂ ਦੇ ਹੋਣ, ਚਾਹੇ IPS ਦੇ ਹੋਣ, ਚਾਹੇ PCS ਦੇ ਹੋਣ। ਪਿਛਲੇ ਸਮੇਂ ਤੋਂ ਪਤਾ ਨਹੀਂ 8 ਤੋਂ 10 ਵਾਰ ਜਿਹੜੇ 3-4 ਮਹੀਨੇ ਸਰਕਾਰ ਨੂੰ ਬਣਿਆ 2 ਮਹੀਨੇ ਹੋਏ ਆ, 8 ਤੋਂ 10 ਵਾਰ ਤਬਾਦਲੇ ਕਰ ਦਿੱਤੇ ਗਏ। ਜਾਂ ਤਾਂ ਇੰਝ ਲੱਗਦਾ ਕਿ ਸਰਕਾਰ ਨੂੰ ਜਿਹੜੇ ਅਫਸਰ ਲਾਏ ਜਾਂਦੇ ਆ ਉਹਨਾਂ 'ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਜਾਂ ਫਿਰ ਇਹ ਹੋ ਸਕਦਾ ਕਿ ਸਰਕਾਰ ਜਿਹੜੀ ਆ ਇੱਕ ਤੋਂ ਵੱਧ ਥਾਂ ਤੋਂ ਚੱਲਦੀ ਆ। ਕਿਉਂਕਿ ਜਦੋਂ ਸਰਕਾਰ ਇੱਕ ਤੋਂ ਵੱਧ ਥਾਵਾਂ 'ਤੇ ਚੱਲੇ ਤਾਂ ਜਦੋਂ ਇੱਕ ਥਾਂ ਦੂਜੀ ਥਾਂ 'ਤੇ ਭਾਰੂ ਹੋ ਜਾਂਦੀ ਆ, ਹਾਵੀ ਹੋ ਜਾਂਦੀ ਆ, ਤਾਂ ਫੈਸਲੇ ਬਦਲਣ ਲਈ ਮਜਬੂਰ ਹੋਣਾ ਪੈਂਦਾ। ਗੱਲ ਆਪਾਂ ਕੱਲ੍ਹ ਦੀ ਕਰ ਲਈਏ ਕਿ ਜਿਹੜਾ ਦੇ ਚੀਫ ਦੀ ਵਿਜੀਲੈਂਸ ਬਿਊਰੋ ਚੀਫ ਦੀ ਕਿ ਈਸ਼ਵਰ ਸਿੰਘ ਨੂੰ ਹਟਾ ਕੇ ਵਰਿੰਦਰ ਕੁਮਾਰ ਨੂੰ ਲਾ ਦਿੱਤਾ ਗਿਆ। ਵੈਸੇ ਇਹ ਹੈ ਕਿ ਜਿਹੜੇ ਈਸ਼ਵਰ ਸਿੰਘ ਨੂੰ ਹਟਾਇਆ ਗਿਆ ਕੰਮ ਉਹ ਵੀ ਵਧੀਆ ਕਰ ਰਹੇ ਸੀਗੇ, ਉਹ ਵੀ ਇੱਕ ਵਧੀਆ ਅਫਸਰ ਮੰਨੇ ਗਏ ਆ। ਪਰ ਜੇ ਆਪਾਂ ਇਹ ਕਹਿ ਲਈਏ ਕਿ ਪਿਛਲੇ ਸਮੇਂ ਦੌਰਾਨ ਚਾਹੇ ਜਦੋਂ ਭਗਵੰਤ ਮਾਨ ਸਰਕਾਰ ਆਈ ਆ ਵੱਡਿਆਂ ਮਗਰਮੱਛ ਨੂੰ ਹੱਥ ਪਾਇਆ ਗਿਆ, ਉਹ ਨਹੀਂ ਹੋਇਆ। ਛੋਟੇ ਮੋਟੇ ਜਿਹੜੇ ਤਹਿਸੀਲਦਾਰ ਆ, ਪਟਵਾਰੀ ਆ, ਜਾਂ ਇੱਕ ਵੱਧ ਤੋਂ ਵੱਧ ਇੱਕ PC ਅਫਸਰ ਜਿਹੜਾ ਆ ਉਹ ਨੱਪ ਲਿਆ ਗਿਆ। ਪਰ ਮੈਨੂੰ ਇੰਝ ਲੱਗਦਾ ਕਿ ਚਾਹੇ ਅਫਸਰ ਬਦਲਤੇ ਗਏ ਆ, ਵਰਿੰਦਰ ਕੁਮਾਰ ਜੀ ਆ ਗਏ ਆ, ਉਹ ਉਹਨਾਂ ਨਾਲ ਬਿਹਤਰ ਕਾਰਗੁਜ਼ਾਰੀ ਦਿਖਾ ਸਕਦੇ ਆ। ਪਰ ਜੋ ਪਿਛਲੇ ਸਰਕਾਰਾਂ ਦਾ ਇਤਿਹਾਸ ਤੇ ਝਾਤ ਮਾਰੀਏ ਤਾਂ ਅਫਸਰ ਉਦੋਂ ਤੱਕ ਕਿਸੇ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਹੈਗੇ ਜਦੋਂ ਤੱਕ ਉੱਪਰੋਂ ਇਸ਼ਾਰਾ ਨਾ ਹੋਵੇ। ਜਾਂ ਇਹ ਕਹਿ ਲਈਏ ਕਿ ਜਿਹੜੀ ਹੁਣ ਦੀ ਤੱਕ ਦੀ ਵਿਜੀਲੈਂਸ ਜਾਂ ਇੰਟੈਲੀਜੈਂਸ ਦੀ ਕਾਰਗੁਜ਼ਾਰੀ ਆ ਉਹ ਜੇ ਚੁਸਤ ਨਹੀਂ, ਢਿੱਲੀ ਵੀ ਨਾ ਕਹੀਏ, ਤਦ ਵੀ ਇਹ ਇੰਝ ਲੱਗਦਾ ਕਿ ਸਰਕਾਰਾਂ ਵੱਲੋਂ ਜਦੋਂ ਤੱਕ ਹੱਥ ਪੂਰਾ ਖੋਲ੍ਹਣ ਨਹੀਂ ਜਾਂਦੇ ਜਾਂ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਇਸ ਬੰਦੇ ਨੂੰ ਨੱਪ ਲਓ, ਤਦ ਤੱਕ ਅਫਸਰਾਂ ਦੇ ਜਿਹੜੇ ਹੱਥ ਆ ਡਾਇਰੈਕਟਲੀ ਇਨਡਾਇਰੈਕਟਲੀ ਬੰਨੇ ਹੋਏ ਹੁੰਦੇ ਆ। ਕਿਉਂਕਿ ਪਿਛਲੇ ਸਮੇਂ 'ਚ ਤੁਹਾਨੂੰ ਪਤਾ ਹੋਣਾ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਉੱਤੇ ਕੇਸ ਦਰਜ ਕਰਨਾ ਸੀਗਾ ਤਦ ਕਿੰਨੇ ਪੁਲਿਸ ਅਫਸਰ ਜਿਹੜੇ ਆ ਉਹ ਆਨਾਕਾਨੀ ਕਰਦੇ ਰਹੇ ਆ। ਤੇ ਇਹ ਵੀ ਹੋਇਆ ਸੀਗਾ ਕਿ ਇੱਕ ਕਿਸੇ ਅਫਸਰ ਨੇ ਕਹਿ ਦਿੱਤਾ ਸੀਗਾ ਕਿ ਭਾਈ ਹੱਥ ਸੋਚ ਕੇ ਪਾਉਣਾ, ਕਿਉਂਕਿ ਅਗਲੀ ਸਰਕਾਰ ਜਿਹੜੀ ਆ ਉਹ ਅਕਾਲੀਆਂ ਦੀ ਆਉਣ ਵਾਲੀ ਆ। ਸੋ ਇਸ ਵੇਲੇ ਨਵੀਂ ਸਰਕਾਰ ਕੰਮ ਕਰ ਰਹੀ ਆ, ਪਰ ਅਫਸਰਾਂ ਉੱਤੇ ਵਿਸ਼ਵਾਸ ਭਰੋਸਾ ਕਿੰਨਾ ਕੁ ਇਹ ਨਹੀਂ ਪਤਾ। ਜਾਂ ਇਹ ਕਹਿ ਲਈਏ ਕਿ ਅਫਸਰ ਜਿਹੜੇ ਉਹਨਾਂ ਦੇ ਹੱਥ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਆ, ਉਹਨਾਂ ਦੀਆਂ ਬਾਂਗਾਂ ਡੋਰਾਂ ਛੱਡੀਆਂ ਹੋਈਆਂ, ਅਤੇ ਜੇ ਸੱਚਮੁੱਚ ਇੰਝ ਹੋਵੇ ਤਾਂ ਵੱਡਿਆਂ ਨੂੰ ਹੱਥ ਜਿਹੜੇ ਆ ਹੁਣ ਨੂੰ ਪੈ ਜਾਂਦੇ, ਵੱਡਿਆਂ ਘਰਾਂ ਨਾਲ ਹੱਥ ਜਿਹੜੇ ਆ ਉਹ ਜੁੜ ਜਾਂਦੇ। ਇਸ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੀਗੀ ਕਿ ਛੋਟੇ ਮੱਛੀਆਂ ਫੜੀਆਂ ਜਾਂਦੀਆਂ, ਲੰਘੇ ਕੱਲ੍ਹ 2 ਤਹਿਸੀਲਦਾਰ ਜਿਹੜੇ ਆ ਉਹਨਾਂ ਨੂੰ ਕਾਰਵਾਈ ਕਰਤੀ ਗਈ ਆ ਕਿਉਂਕਿ ਉਹਨਾਂ 'ਤੇ ਦੋਸ਼ ਆ ਕਿ ਉਹਨਾਂ ਨੇ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਰਜਿਸਟਰੀ ਕਰ ਦਿੱਤੀ ਗਈ। ਇਹਦੇ ਵਿਰੋਧ ਵਿੱਚ ਤਹਿਸੀਲਦਾਰ ਅਤੇ ਸਬ ਤਹਿਸੀਲਦਾਰ 2 ਦਿਨਾਂ ਲਈ ਅਣਮਿੱਥੇ ਸਮੇਂ ਲਈ 2 ਦਿਨਾਂ ਲਈ ਹੜਤਾਲ 'ਤੇ ਜਾ ਰਹੇ ਆ। ਕੱਲ੍ਹ ਅਤੇ ਪਰਸੋਂ ਵੀਰ ਅਤੇ ਸ਼ੁੱਕਰਵਾਰ ਉਹ ਹੜਤਾਲ ਕਰਨਗੇ, ਫਿਰ ਸ਼ਨੀਚਰ ਅਤੇ ਐਤਵਾਰ ਛੁੱਟੀਆਂ। ਸੋ ਇਹਦਾ ਮਤਲਬ ਕਿ 4 ਦਿਨ ਤਹਿਸੀਲਾਂ 'ਚ ਕੰਮ ਜਿਹੜਾ ਆ ਉਹ ਨਹੀਂ ਹੋਣ ਵਾਲਾ। ਇਸ ਤੋਂ ਪਹਿਲਾਂ ਪਟਵਾਰੀਆਂ ਦੀ ਜਿਹੜੀ ਇੱਕ ਸਟ੍ਰਾਈਕ ਹੋਈ ਸੀਗੀ ਉਹਦੇ ਵਿੱਚ ਵੀ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਮਾਲ ਮਹਿਕਮੇ ਨੂੰ ਘਾਟਾ ਪੈਂਦਾ ਰਿਹਾ ਅਤੇ ਅੰਤ ਨੂੰ ਸਰਕਾਰ ਨੂੰ ਮੰਨਣੀ ਪਈ ਪਟਵਾਰੀਆਂ ਦੀ। ਵੈਸੇ ਤਾਂ ਪੰਜਾਬ ਵਿੱਚ ਜਿਹੜੇ ਹਾਲਾਤ ਆ ਅਮਨ ਕਾਨੂੰਨ ਦੀ ਸਥਿਤੀ ਬੜੀ ਬੁਰੀ ਆ, ਆਏ ਦਿਨ ਕਤਲ ਹੋ ਰਹੇ ਆ। ਕੱਲ੍ਹ ਇੱਕ ਮੈਸੇਜ ਸਾਹਮਣੇ ਆ ਰਿਹਾ ਸੀਗਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਜਿੰਨੇ ਦਿਨ ਹੋਏ ਆ ਉਹਨਾਂ ਵਿੱਚ 59 ਕਤਲ ਹੋ ਗਏ, 61 ਖੁਦਕੁਸ਼ੀਆਂ ਹੋ ਗਈਆਂ। ਅਸੀਂ ਇੱਕ ਉਸ ਖਬਰ ਦੀ ਗੱਲ ਕਰਦੇ ਹਾਂ ਜੀਰਕਪੁਰ ਦੀ, ਜਿਹਦੇ ਵਿੱਚ ਇੱਕ ਲੜਕੇ ਨੇ ਆਪਣੀ ਪ੍ਰੇਮਿਕਾ ਨੂੰ ਗੋਲੀਆਂ ਮਾਰ ਦਿੱਤਾ ਇਸ ਲਈ ਕਿ ਉਹ ਨਾਲ ਜਿਹੜਾ ਵਿਆਹ ਕਰਾਉਣ ਤੋਂ ਮੁੱਕਰ ਗਈ ਸੀ। 2 ਦਿਨ ਪਹਿਲਾਂ
ਇੱਕ ਜਵਾਈ ਨੇ ਆਪਣੀ ਪਤਨੀ ਸੱਸ ਸਹੁਰੇ ਨੂੰ ਭੁੰਨ ਦਿੱਤਾ। ਉਸੇ ਦਿਨ ਇੱਕ ਪਤੀ ਵੱਲੋਂ ਆਪਣੀ ਧੀ ਤੇ ਬੇਟੀ ਨੂੰ ਮਾਰ ਦਿੱਤਾ ਗਿਆ। ਸੋ ਅੱਜ ਕੁਝ ਮੌਤਾਂ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਤੇ ਹੋਰ ਜਿਹੜਾ ਅੱਜ ਕੁਝ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਤੁਹਾਡਾ ਦਿਲ ਜਿਹੜਾ ਆ ਉਹ ਤੜਫ ਜਾਂਦਾ ਜਾਂ ਤੁਸੀਂ ਜਿਹੜਾ ਆ ਡਰ ਕੇ ਰਹਿ ਜਾਂਦੇ ਹੋ ਕਿ ਪੰਜਾਬ ਦੇ ਹਾਲਾਤ ਕਿੱਧਰ ਨੂੰ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਪੰਜਾਬ ਦੀ ਨੌਜਵਾਨੀ ਸਿਰਫ ਰੁਜ਼ਗਾਰ ਲਈ ਵਿਦੇਸ਼ਾਂ ਨੂੰ ਨਹੀਂ ਭੱਜਦੀ, ਇਸ ਕਰਕੇ ਵੀ ਭੱਜ ਰਹੀ ਆ ਕਿ ਜਿਹੜੇ ਹਾਲਾਤ ਆ ਉਹ ਇੱਥੇ ਉਹ ਰਹਿਣ ਵਾਲੇ ਨਹੀਂ ਹੈਗੇ। ਇੱਥੇ ਸਮਾਜਿਕ ਸੁਰੱਖਿਆ ਤਾਂ ਹੈ ਹੀ ਨਹੀਂ, ਪਰ ਕਿਸੇ ਦੀ ਜਾਨ ਮਾਲ ਦਾ ਭਰੋਸਾ ਵੀ ਨਹੀਂ ਹੈਗਾ। ਸੋ ਕਿਉਂਕਿ ਗੱਲ ਆਪਾਂ ਅਮਨ ਸ਼ਾਂਤੀ ਦੀ ਕੀਤੀ ਸੀਗੀ ਤਾਂ ਇੱਕ ਜਿਹੜੀ ਖਬਰ ਆ ਰਹੀ ਆ ਉਹ ਇਹ ਕਿ ਜੰਮੂ ਕਸ਼ਮੀਰ ਵਿੱਚ ਵੀ ਹਾਲਾਤ ਜਿਹੜੇ ਆ ਮੁੜ ਕੇ ਟੇਢੇ ਹੋਣ ਲੱਗੇ। ਕੱਲ੍ਹ ਪਰਸੋਂ ਇੱਕ ਜਿਹੜੀ ਆ ਪੰਡਤ ਅਧਿਆਪਕਾ ਔਰਤ ਨੂੰ ਗੋਲੀ ਮਾਰ ਕੇ ਪਿਸਤੌਲ ਦੀ ਮਾਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਕਿ ਸਕੂਲ ਦੇ ਸਾਹਮਣੇ ਖੜੀ ਇਸ ਅਧਿਆਪਕਾ ਨੂੰ ਪਹਿਲਾਂ ਉਸ ਨੂੰ ਪੁੱਛਿਆ ਗਿਆ ਕਿ ਕੀ ਤੂੰ ਇਸੇ ਨਾਂ ਦੀ ਔਰਤ ਆ, ਤੇ ਜਦੋਂ ਉਹਨੇ ਹਾਮੀ ਭਰੀ ਤਾਂ ਉਹਦੇ ਸਿਰ 'ਚ ਪਿਸਤੌਲ ਮਾਰ ਕੇ ਮਾਰ ਦਿੱਤਾ ਗਿਆ। ਪਿਛਲੇ ਜਿਹੜਾ ਆਹ ਚੱਲਿਆ 1 ਸਾਲ ਇਹਦੇ ਵਿੱਚ 18 ਅਜਿਹੇ ਕਤਲ ਹੋਏ ਆ ਤੇ 13 ਜਿਹੜੀਆਂ ਵਾਰਦਾਤਾਂ ਹੋਈਆਂ। ਪਰ ਆਪਾਂ ਇਹ ਕਹਿ ਲਈਏ ਕਿ ਕਿਉਂਕਿ ਉੱਥੇ ਜਿਹੜਾ ਮਾਹੌਲ ਆ ਉਹ ਸੁਖਾਵਾਂ ਨਹੀਂ। ਪਿਛਲੇ ਦਿਨੀ 12 ਮਈ ਨੂੰ ਇੱਕ ਰਾਹੁਲ ਭੱਟ ਨਾਂ ਦੇ ਵਿਅਕਤੀ ਗੱਲ ਕਰਦੀ ਸੀਗੀ। ਉਹ ਉਸ ਤੋਂ ਬਾਅਦ ਹਿੰਦੂ ਜਿਹੜੇ ਕਿ ਆਪਣੇ ਆਪ ਨੂੰ ਉੱਥੇ ਬੇਗਾਨਾ ਸਮਝਣ ਲੱਗੇ ਆ ਉਹ ਉੱਥੋਂ ਕਸ਼ਮੀਰ ਨੂੰ ਛੱਡਣ ਬਾਰੇ ਗੱਲ ਕਰਨ ਲੱਗੇ ਆ ਤੇ ਉਹਨਾਂ ਨੇ ਜਿਹੜਾ ਜਿਹਾ ਪ੍ਰਦਰਸ਼ਨ ਸ਼ੁਰੂ ਕਰਤਾ ਤੇ ਇਹ ਨਾਲ ਸਮੂਹਕ ਪਲਾਨ ਦੀ ਜਿਹੜੀ ਇੱਕ ਧਮਕੀ ਵੀ ਦੇ ਦਿੱਤੀ। ਮੈਂ ਜਿਵੇਂ ਕਹਿੰਦਾ ਆਪਾਂ ਕਹਿੰਦੇ ਕਿ ਕੰਨਿਆ ਕੁਮਾਰੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਆ ਤੇ ਭਾਰਤ ਇੱਕ ਆ, ਭਾਰਤ ਵਾਸੀ ਇੱਕ ਆ। ਇਹ ਭਾਰਤ ਦੀ ਖਾਸੀਅਤ ਸੀਗੀ ਕਿ ਇਹ ਉਹ ਦੇਸ਼ ਆ ਜਿੱਥੇ ਅਨੇਕ ਧਰਮ ਵਿੱਚ ਵੀ ਏਕਤਾ ਆ, ਤਰ੍ਹਾਂ ਤਰ੍ਹਾਂ ਦੀ ਬਣ ਦੀ ਲੱਕੜੀ ਵਸਦੀ ਆ, ਪਰ ਸਾਰੇ ਮਿਲ ਜੁਲ ਕੇ ਰਹਿੰਦੇ ਰਹੇ ਆ। ਜੇ ਕਿਤੇ ਕਿਸੇ ਵੇਲੇ ਕਿਸੇ ਥਾਂ ਨਜ਼ਰ ਵੀ ਲੱਗੀ ਆ ਤਾਂ ਲੋਕਾਂ ਨੇ ਰਲ ਕੇ ਮਿਰਚਾਂ ਮਾਰ ਕੇ ਨਜ਼ਰ ਜਿਹੜੀ ਆ ਉਹ ਉਤਾਰ ਦਿੱਤੀ। ਪਰ ਜੇ ਕਸ਼ਮੀਰ ਭਖਦਾ ਆ ਇਵੇਂ ਭਖਦਾ ਰਿਹਾ ਤਾਂ ਇੰਝ ਲੱਗਦਾ ਕਿ ਪੰਜਾਬ ਜਾਂ ਭਾਰਤ ਜਿਹੜਾ ਆ ਉਹਨੂੰ ਕੰਟਰੋਲ ਕਰਨਾ ਔਖਾ ਹੋ ਜਾਊਗਾ। ਪਰ ਇੱਕ ਗੱਲ ਇਹ ਵੀ ਸਾਡੇ ਸਾਹਮਣੇ ਆਈ ਆ ਕਿ ਕੇਂਦਰ ਸਰਕਾਰ ਇਹ ਸੋਚਣ ਲੱਗੀ ਆ ਕਿ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਪਹਿਲੇ ਵਾਲਾ ਜਿਹੜਾ ਦਰਜਾ ਆ ਉਹ ਬਹਾਲ ਕਰਤਾ ਜਾਵੇ। ਮੈਨੂੰ ਇੰਝ ਲੱਗਦਾ ਕਿ ਜੇ ਪਹਿਲਾਂ ਵਾਲਾ ਦਰਜਾ ਬਹਾਲ ਕਰਤਾ ਜਾਂਦਾ ਤਾਂ ਅੱਧੀ ਮੰਗ ਜਿਹੜੀ ਆ, ਅੱਧੀ ਜਿਹੜੀ ਸ਼ਾਂਤੀ ਆ ਉਂਝ ਹੀ ਹੋ ਜਾਣੀ ਆ। ਪਰ ਲੋੜ ਜਿਹੜੀ ਆ ਉਹ ਸੋਚ ਬਦਲਣ ਦੀ ਆ ਕਿ ਇੱਕ ਫਿਰਕਾ ਦੂਜੇ ਫਿਰਕੇ ਨੂੰ ਅੱਖ ਕੈਰੀ ਕਰਕੇ ਨਾ ਦੇਖੇ ਜਾਂ ਇੱਕ ਫਿਰਕਾ ਇਸ ਕਰਕੇ ਨਾ ਕਿਸੇ ਦਾ ਕਤਲ ਕਰ ਦੇਵੇ ਕਿ ਉਹ ਦੂਜੇ ਫਿਰਕੇ ਦਾ ਆ, ਜਾਂ ਇਸ ਕਰਕੇ ਨਾ ਕਰ ਦੇਵੇ ਕਿ ਉਹਦੇ ਮੁਲਕ ਦਾ ਵਾਸੀ ਹੁੰਦਾ ਹੋਣ ਦੇ ਬਾਵਜੂਦ ਵੀ ਜੇ ਦੂਜੇ ਸੂਬੇ ਦਾ ਉੱਥੇ ਉਹ ਕੰਮ ਕਰਦਾ ਤਾਂ ਉਹ ਉਹਨਾਂ ਨੂੰ ਭਾਉਂਦਾ ਨਹੀਂ। ਸੋ ਅਜਿਹੀਆਂ ਜਿਹੜੀਆਂ ਸਾਰੀਆਂ ਹੈਗੀਆਂ ਘਟਨਾਵਾਂ ਵਾਪਰ ਰਹੀਆਂ ਉਹ ਮੇਰੇ ਮੁਲਕ ਲਈ ਚਿੰਤਾ ਦਾ ਵਿਸ਼ਾ ਆ। ਮੈਨੂੰ ਧਿਆਨ ਆ ਪਿੱਛੇ ਅਸੀਂ ਕਸ਼ਮੀਰ ਗਏ ਸੀਗੇ, ਉਦੋਂ ਉਹਨਾਂ ਦਿਨਾਂ ਵਿੱਚ ਕਾਫੀ ਸਾਰੀਆਂ ਪੁਲਵਾਮਾ 'ਚ ਘਟਨਾਵਾਂ ਵਾਪਰੀਆਂ ਸੀਗੀਆਂ ਤੇ ਉਦੋਂ ਵੀ ਜਿਹੜੀ ਸਾਡੀ ਜਾਨ ਆ ਤਰਾ ਕਰਦੀ ਸੀ। ਪਰ ਉਸ ਵੇਲੇ ਇੱਕ ਜਿਹੜਾ ਦੌਰ ਚੱਲਿਆ ਸੀ ਕਿ ਮਨਰੇਗਾ ਦੇ ਨਾਂ ਹੇਠ ਜਿਹੜੇ ਦੂਜੇ ਸੂਬਿਆਂ ਦੇ ਆ ਕੇ ਲੋਕ ਇੱਥੇ ਕੰਮ ਕਰਦੇ ਆ ਉਹਨਾਂ ਨੇ ਦਾ ਮਰਡਰ ਵੀ ਕਰਤਾ ਗਿਆ, ਉਸਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਸਾਡੇ ਮੁਲਕ ਨੂੰ ਨਜ਼ਰ ਨਾ ਲੱਗੇ। ਸਾਡਾ ਮੁਲਕ ਜਿਹੜਾ ਆ ਉਹ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਮੰਨਿਆ ਜਾਂਦਾ ਆ। ਸਾਡਾ ਮੁਲਕ ਜਿਹੜਾ ਆ ਉਹ ਪੀਰ ਫਕੀਰਾਂ ਦੀ ਜ਼ਮੀਨ ਆ। ਸੋ ਰੱਬ ਇਸੇ ਤਰ੍ਹਾਂ ਜਿਹੜੀ ਬਖਸ਼ਿਸ਼ ਆ ਉਹ ਰੱਖੇ। ਸਾਡੀ ਇਹੋ ਅਰਦਾਸ ਆ, ਇਹੋ ਕਾਮਨਾ ਆ। ਅਸੀਂ ਸ਼ਾਂਤੀ ਦੇ ਮਦਈ ਆ, ਅਸੀਂ ਅਮਨ ਚਾਹੁੰਦੇ ਹਾਂ। ਇੱਕ ਗੱਲ ਜਿਹੜੀ ਮੈਂ ਆਖਰ ਵਿੱਚ ਕਹਿਣੀ ਆ ਉਹ ਇਹ ਕਿ ਪਿਛਲੇ ਦਿਨੀਂ ਮੈਂ ਜਦੋਂ ਦੇਖਦਾ ਕਿ ਸਾਡੇ ਜਿਹੜੇ ਸ਼ੋਅ ਆ ਇਹਦੇ ਵਿੱਚ ਸਾਨੂੰ ਕਾਫੀ ਤੁਹਾਡਾ ਭਰਵਾਂ ਰਿਸਪੌਂਸ ਮਿਲ ਰਿਹਾ। ਅਸੀਂ ਕੋਸ਼ਿਸ਼ ਕਰਦੇ ਹਾਂ ਨਿਰਪੱਖ ਰਹਿ ਕੇ ਗੱਲ ਕਰੀਏ, ਕਿਸੇ ਨਾਲ ਕੋਈ ਜਿਹੀ ਗੱਲ ਨਾ ਕਰੀਏ ਕਿ ਜਿਹੜਾ ਕਿਸੇ ਨੂੰ ਲੱਗੇ ਕਿ ਸਾਨੂੰ ਟਾਰਗੇਟ ਬਣਾਇਆ ਗਿਆ। ਕਿਉਂਕਿ ਜਿਹੜੀ ਆ ਅਸੀਂ ਧਰਮ ਨਿਰਪੱਖਤਾ, ਆਜ਼ਾਦ ਸੋਚ ਦੇ ਹਾਮੀ ਆ ਤੇ ਅਸੀਂ ਹਮੇਸ਼ਾ ਸਭ ਦੀ ਚੜ੍ਹਦੀ ਕਲਾ ਦੀ ਜਿਹੜੀ ਆ ਉਹ ਜਿਹੜੀ ਅਰਦਾਸ ਕਰਦੇ ਹੁੰਦੇ ਆ। ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡਾ ਜਿਹੜੀ ਇੱਕ ਨਿਰਪੱਖ ਸੋਚ ਆ ਜਾਂ ਜਿਹੜੀ ਸਾਡੀ ਇੱਕ ਨਾ ਪੱਖਪਾਤ ਕਰਨਾ, ਤੁਸੀਂ ਇਸ ਸੋਚ ਨੂੰ ਹੁੰਗਾਰਾ ਦੇ ਰਹੇ ਹੋ, ਪਸੰਦ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਇਹ ਵੀ ਚਾਹਾਂਗਾ ਕਿ ਤੁਸੀਂ ਜਿਹੜਾ ਆਪਣਾ ਸਹਿਯੋਗ ਹੈ ਸਾਨੂੰ ਇਵੇਂ ਹੀ ਦਿੰਦੇ ਰਹੋ। ਤੁਹਾਡੇ ਸਹਿਯੋਗ ਨਾਲ ਸਾਡੇ ਵਿੱਚ ਊਰਜਾ ਆਉਂਦੀ ਆ
ਕਿ ਅਸੀਂ ਹੋਰ ਖੁੱਲ੍ਹ ਕੇ ਗੱਲ ਕਰ ਸਕੀਏ। ਤੁਹਾਡਾ ਜਿਹੜਾ ਹੁੰਗਾਰਾ ਆ ਇਹ ਸਾਨੂੰ ਤਾਕਤ ਦਿੰਦਾ, ਇਹ ਬਲ ਬਖਸ਼ਦਾ ਕਿ ਅਸੀਂ ਹੋਰ ਦ੍ਰਿੜਤਾ ਨਾਲ, ਹੋਰ ਜਿਹੜੀ ਆ ਪੂਰੀ ਤਰ੍ਹਾਂ ਕੌਨਫੀਡੈਂਸ ਨਾਲ ਜਿਹੜੀ ਗੱਲ ਆ ਉਹ ਤੁਹਾਡੇ ਸਾਹਮਣੇ ਕਰ ਸਕੀਏ। ਅਤੇ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਅੰਦਰਲੀਆਂ ਗੱਲਾਂ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਉਹ ਅਸੀਂ ਕਦੇ ਵੀ ਕਿਸੇ ਬਿਨਾਂ ਸਬੂਤ ਤੋਂ ਤੁਹਾਡੇ ਸਾਹਮਣੇ ਗੱਲ ਨਹੀਂ ਰੱਖੀ। ਅਤੇ ਜਦੋਂ ਅਸੀਂ ਕੋਈ ਗੱਲ ਤੁਹਾਡੇ ਸਾਹਮਣੇ ਕਰਦੇ ਹਾਂ ਜਿਹੜੇ ਸਬੂਤਾਂ ਦੇ ਆਧਾਰ 'ਤੇ ਕਿਸੇ ਬਾਰੇ ਹੁੰਦੀਆਂ, ਸਾਡੀ ਇਹ ਕੋਸ਼ਿਸ਼ ਕਦੇ ਨਹੀਂ ਹੁੰਦੀ ਕਿ ਅਸੀਂ ਉਸ ਵਿਅਕਤੀ ਸੰਸਥਾ ਖਾਸ ਨੂੰ ਢਾਹ ਲਾਉਣੀ ਆ ਜਾਂ ਅਸੀਂ ਉਸ ਸੰਸਥਾ ਵਿਅਕਤੀ ਖਾਸ ਨੂੰ ਨੁਕਸਾਨ ਪਹੁੰਚਾਉਣਾ। ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੀ ਮੀਡੀਆ ਦੀ ਜ਼ਿੰਮੇਵਾਰੀ ਆ ਕਿ ਅੰਦਰਲੀ ਗੱਲ ਤਹਿ ਤੱਕ ਦੀ ਬਾਹਰ ਲੈ ਕੇ ਜਾਂਦੀ ਜਾਵੇ, ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਿਰਪੱਖ ਰਹਿ ਕੇ ਆਜ਼ਾਦ ਸੋਚ ਨਾਲ ਨਿਭਾਈਏ। ਸੋ ਅੱਜ ਦੀ ਜਿਹੜੀ ਖਾਲਸ ਸਪੈਸ਼ਲ ਆ ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਕੁਝ ਨਵੀਆਂ ਖਬਰਾਂ ਚਰਚਾ ਕਰਾਂਗੇ, ਕੱਲ੍ਹ ਨੂੰ ਕੁਝ ਨਵੇਂ ਵਿਸ਼ੇ ਹੋਵਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਣਵੈਤ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।